ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਓ। ਹਮ ਅਵਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੈ ਬਿਖ ਖਾਇ। ਮਾਇਆ ਮੋਹ ਭਰਮ ਪੈ ਭੂਲੇ। ਸਤਿ ਸੋ ਪ੍ਰੀਤ ਲਗਾਇ। ਇਕ ਉਤਮ ਪੰਥ ਸੁਣਿਓ ਗੁਰ ਸੰਗਤ। ਤਹਿ ਮਲੰਤ ਜਮ ਤਰਾਸ ਮਿਟਾਇ। ਇਕ ਅਰਦਾਸ ਪਾਠ ਕੀਰਤ ਕੀ। ਗੁਰ ਰਾਮਦਾਸ ਰਾਖਹੁ ਸ਼ਰਨਾਇ। ਇਕ ਅਰਦਾਸ ਪਾਠ ਕੀਰਤ ਕੀ। ਗੁਰ ਰਾਮਦਾਸ ਰਾਖਹੁ ਸ਼ਰਨਾਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦੁਆਰਾ ਅੰਮ੍ਰਿਤ ਵੇਲੇ ਦੀਆਂ ਦਾਤਾਂ ਪ੍ਰਾਪਤ ਹੋਈਆਂ ਹਨ।
ਅੰਮ੍ਰਿਤ ਵੇਲੇ ਇਲਾਹੀ ਬਾਣੀ ਤੁਰ ਕੀ ਬਾਣੀ ਦੇ ਆਪ ਸਰਬਤ ਸੰਗਤਾਂ ਨੇ ਨਿਤਨੇਮ ਸਰਵਣ ਕੀਤੇ ਹਨ। ਅੰਮ੍ਰਿਤ ਗੁਰਬਾਣੀ ਸਰਵਣ ਕੀਤੀ ਹੈ। ਆਓ ਕੁਝ ਸਮਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ। ਸਤਿਗੁਰਾਂ ਦੇ ਦਿੱਤੇ ਉਪਦੇਸ਼ ਮੁਤਾਬਕ ਸਰਬਤ ਸੰਗਤਾਂ ਪਰਮੇਸ਼ਰ ਦੇ ਦਰ ਘਰ ਦੀਆਂ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਵਾਓ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪਣੀਆਂ ਹਾਜ਼ਰੀਆਂ ਲਵਾ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਬਚਨ ਸਰਵਣ ਕਰਕੇ ਸੇਵਾ ਕਰਕੇ ਨਾਮ ਜਪ ਕੇ ਆਪਣਾ ਮਨੁੱਖਾ ਜੀਵਨ ਸਫਲ ਬਣਾਉਣ ਦੇ ਯਤਨ ਕਰੀਏ। ਆਓ ਸਾਧ ਸੰਗਤ ਜੀ ਮਨ ਬਿਰਤੀਆਂ ਇਕਾਗਰ ਕਰਕੇ ਵਿਚਾਰ ਦੇ ਨਾਲ ਜੁੜੀਏ। ਵਿਚਾਰ ਆਪਾਂ ਸਰਵਣ ਕਰ ਰਹੇ ਹਾਂ ਅਰਦਾਸ ਬੇਨਤੀ ਦੀ। ਅਰਦਾਸ ਬੇਨਤੀ ਦੇ ਸ਼ਬਦ ਆਪਾਂ ਪੜ੍ਹ ਰਹੇ ਹਾਂ। ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਇਹਨਾਂ ਪਵਿੱਤਰ ਬਚਨਾਂ ਦੀ ਵਿਚਾਰ ਆਪਾਂ ਸਰਵਣ ਕਰ ਰਹੇ ਹਾਂ। ਪਿਛਲੀ ਵਿਚਾਰ ਦੇ ਵਿੱਚ ਸਤਿਗੁਰਾਂ ਨੇ ਮਨੁੱਖਾ ਦੇਹੀ ਨੂੰ ਸਮਝਾਉਣਾ ਕੀਤਾ ਹੈ ਕਿ ਪਰਮੇਸ਼ਰ ਪ੍ਰਭੂ ਪਰਮਾਤਮਾ ਅਕਾਲ ਪੁਰਖ ਦੇ ਦਰ ਘਰ ਤੋਂ ਆਈ ਹੋਈ ਪਾਵਨ ਪਵਿੱਤਰ ਗੁਰਬਾਣੀ ਪਵਿੱਤਰ ਸ਼ਬਦ ਇਲਾਹੀ ਬਾਣੀ ਦੇ ਨਾਲ ਜੁੜੋ। ਆਪ ਜੀਆਂ ਨੇ ਸਰਵਣ ਕੀਤਾ ਸਮਝਾਉਣਾ ਕੀਤਾ ਸਤਿਗੁਰੂ ਪਾਤਸ਼ਾਹ ਜੀ ਨੇ ਕਿ ਮਨੁੱਖਾ ਦੇਹੀ ਪਾਵਨ ਪਵਿੱਤਰ ਗੁਰਬਾਣੀ ਪੜ੍ਹ ਪ੍ਰਭੂ ਦਾ ਸਿਮਰਨ ਕਰ। ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 442 ਅੰਗ ਤੇ ਮਨੁੱਖਾ ਦੇਹੀ ਨੂੰ ਸਮਝਾਉਣਾ ਕਰਦੇ ਨੇ ਕਿ ਜਦੋਂ ਅਸੀਂ ਸਾਧ ਸੰਗਤ ਜੀ ਬਾਣੀ ਦੇ ਨਾਲ ਜੁੜਾਂਗੇ, ਗੁਰੂ ਦੇ ਵਚਨਾਂ ਦੇ ਨਾਲ ਜੁੜਾਂਗੇ, ਫਿਰ ਮੇਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਕਿ ਪਾਠ ਕਰਦਿਆਂ ਇੱਕ ਦਿਨ ਆਵਾਜ਼ ਆਵੇਗੀ, ਜੇਕਰ ਤੂੰ ਹਿਰਦੇ ਘਰ ਰੂਪੀ ਅੰਦਰੋਂ ਪ੍ਰਭੂ ਪਰਮਾਤਮਾ ਪਰਮੇਸ਼ਰ ਦੇ ਨਾਲ ਸੱਚਮੁੱਚ ਜੁੜ ਜਾਵੇਂਗਾ। ਆਵਾਜ਼ ਆਵੇਗੀ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਗੁਰਬਾਣੀ ਲਾਗੇ ਤਿੰਨ ਹੱਥ ਚੜਿਆ, ਨਿਰਮੋਲਕ ਰਤਨ ਅਪਾਰਾ, ਹਰ ਹਰ ਨਾਮ ਅਮੋਲਕ ਪਾਇਆ, ਤੇਰੀ ਭਗਤ ਭਰੇ ਭੰਡਾਰਾ। ਸਮੁੰਦ ਵਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਰੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਬਸ ਸਾਨੂੰ ਪਾਠ ਕਰਨ ਦੀ ਸਮਝ ਪੈ ਜਾਏ, ਸਤਿਗੁਰੂ ਰਹਿਮਤਾਂ ਕਰਨ। ਆਓ ਅੱਗੇ ਸਤਿਗੁਰੂ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਪਾਠ ਤੋਂ ਅੱਗੇ ਕੀਰਤਨ, ਕੀਰਤਨ ਦੇ ਨਾਲ ਕਥਾ, ਕਥਾ ਦੇ ਨਾਲ ਅਸੀਂ ਗੁਰਦੁਆਰੇ ਦੇ ਪ੍ਰਬੰਧ ਸੰਬੰਧੀ
ਸੰਖੇਪ ਜੀਆਂ ਬੇਨਤੀਆਂ ਕਰਦੇ ਹਾਂ ਕਿ ਗੁਰਦੁਆਰਾ ਸਾਹਿਬ ਦੇ ਧਿਆਨ ਵਾਲੇ ਸਬਜੈਕਟ ਨੂੰ ਸੰਪੂਰਨ ਕਰਨਾ ਹੈ। ਮਰਿਆਦਾ ਪਾਠ ਕਰਨ ਦੇ ਨਾਲ ਸਾਨੂੰ ਜਿੱਥੇ ਸ਼ਬਦ ਦੀ ਸੂਝ ਪੈਂਦੀ ਹੈ, ਸ਼ਬਦ ਦੀ ਆਪਾਂ ਰੋਜ਼ਾਨਾ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਦੇ ਹਾਂ, ਗੁਰਬਾਣੀ ਸੁਣਦੇ ਹਾਂ, ਸਾਧ ਸੰਗਤ ਜੀ ਹਰ ਇੱਕ ਮਨੁੱਖਾ ਦੇਹੀ ਨੂੰ ਭਾਵੇਂ ਕਿ ਪਾਵਨ ਪਵਿੱਤਰ ਗੁਰਬਾਣੀ ਸਮੁੰਦਰ ਹੈ, ਤੇ ਜਦੋਂ ਬਾਣੀ ਪੜ੍ਹਦੇ ਹਾਂ ਆਪਾਂ ਉਹਨਾਂ ਸ਼ਬਦਾਂ ਦੇ ਵਿੱਚੋਂ ਕੁਝ ਨਾ ਕੁਝ ਆਪਾਂ ਨੂੰ ਸਮਝ ਪੈਂਦੀ ਆ, ਉੱਥੇ ਅੰਦਰ ਦੀ ਇਕਾਗਰਤਾ ਵੀ ਉਪਜਦੀ ਹੈ। ਤੇ ਜੇ ਪ੍ਰੇਮ ਭਾਵਨਾ ਦੇ ਨਾਲ ਬਾਣੀ ਪੜ੍ਹੀ ਜਾਏ ਤਾਂ ਗੁਰੂ ਦੀ ਬਾਣੀ ਸੁਣਨ ਦੇ ਨਾਲ, ਪੜ੍ਹਨ ਦੇ ਨਾਲ ਅੰਦਰ ਨੂੰ ਪਰਮ ਸ਼ਕਤੀ ਪ੍ਰਾਪਤ ਹੁੰਦੀ ਹੈ। ਬਾਣੀ ਵਿੱਚ ਸਭ ਤੋਂ ਸ੍ਰੇਸ਼ਟ ਕਰਮ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਾਣੀ ਨੂੰ ਮੰਨਿਆ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੀਰਤਨ ਦੀ ਮਹਿਮਾ ਕਰਦਿਆਂ ਇੱਕ ਬਹੁਤ ਪਿਆਰਾ ਅੰਮ੍ਰਿਤ ਬਚਨ ਕਿਹਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਮੈਂ ਅਨੇਕਾਂ ਤਰ੍ਹਾਂ ਦੇ ਕਰਮ ਕਾਂਡ ਕਰਨ ਵਾਲੇ ਲੋਕ ਦੇਖੇ ਹਨ। ਦੇਖਦੇ ਹਨ ਆਪਾਂ ਸੰਸਾਰ ਦੇ ਮੇਲੇ ਦੇ ਵਿੱਚ ਅਨੇਕਾਂ ਕਰਮ ਕਾਂਡ, ਰੱਬ ਨੂੰ ਭੁੱਲ ਕੇ ਸਾਧ ਸੰਗਤ ਜੀ ਦੁਨਿਆਵੀ ਰੱਬ ਦੇ ਨਾਲ ਜੁੜ ਜਾਣਾ, ਅਨੇਕਾਂ ਕਰਮ ਕਰਨੇ, ਅਨੇਕਾਂ ਕਰਮ ਕਾਂਡ ਕਰਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਅਨੇਕਾਂ ਤਰ੍ਹਾਂ ਦੇ ਕਰਮ ਕਾਂਡ ਕਰਨ ਵਾਲੇ ਲੋਕ ਦੇਖੇ ਹਨ, ਵਿਦਿਆ ਪੜ੍ਹਨ ਵਾਲੇ ਵੀ ਦੇਖੇ ਹਨ, ਵਿਚਾਰਾਂ ਕਰਨ ਵਾਲੇ ਵੀ ਦੇਖੇ ਹਨ, ਤੀਰਥ ਇਸ਼ਨਾਨ ਕਰਨ ਵਾਲੇ ਵੀ ਦੇਖੇ ਹਨ। ਹਕੀਕਤ ਇਹ ਹੈ ਕਿ ਹਰ ਬਾਹਰ ਦਾ ਕਰਮ ਕੀਤਾ ਹੈ, ਬਾਹਰ ਦਾ, ਪਰ ਅੰਦਰ ਨੂੰ ਟਿਕਾਓ ਨਹੀਂ ਮਿਲਿਆ, ਅੰਦਰੋਂ ਜੁੜ ਕੇ ਕੀਤਾ ਨਹੀਂ। ਸਭ ਤੋਂ ਸ੍ਰੇਸ਼ਟ ਕਰਮ ਇਹ ਹੈ। ਮਨੁੱਖਾ ਦੇਹੀ ਨੂੰ ਸਮਝਾਉਣਾ ਕਰਦੇ ਨੇ ਸਤਿਗੁਰੂ ਪਾਤਸ਼ਾਹ ਜੀ ਕਿ ਸੰਗਤ ਵਿੱਚ ਬੈਠ ਕੇ ਮਾਲਕ ਦੀ ਕੀਰਤੀ ਕਰਨ ਤੇ ਸੁਣਨ ਦੀ। ਕਰਦੇ ਵੀ ਆਪਾਂ ਕੀਰਤੀ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਤੇ ਸੁਣਨ ਦੀ ਵੀ ਜਾਂਚ ਆ ਜਾਏ, ਸੁਣਦੇ ਵੀ ਹਾਂ, ਜਾਂਚ ਆ ਜਾਏ ਸੁਣਨ ਦੀ। ਸਤਿਗੁਰੂ ਪਾਤਸ਼ਾਹ ਕਹਿੰਦੇ, ਸਤਿਗੁਰੂ ਪਾਤਸ਼ਾਹ ਨੇ ਕੀਰਤਨ ਸੰਬੰਧੀ ਇੱਕ ਅੰਮ੍ਰਿਤ ਬਚਨ ਕਿਹਾ। ਕਹਿੰਦੇ ਨੇ, ਦੇਖੋ ਗੁਰੂ ਪਿਆਰੀ ਸਾਧ ਸੰਗਤ ਜੀ, ਹਰ ਬੰਦੇ ਨੂੰ ਮੌਤ ਨੇ ਲੈ ਕੇ ਜਾਣਾ ਹੈ। ਖਾਲੀ ਹੱਥ ਆਈ ਆ ਮਨੁੱਖਾ ਦੇਹੀ, ਤੇ ਖਾਲੀ ਹੱਥ ਜਦੋਂ ਪਰਮੇਸ਼ਰ ਨੇ ਡਾਕੇ ਵਜਾ ਦਿੱਤੇ, ਉੱਪਰੋਂ ਹੁਕਮ ਆ ਗਿਆ ਤੇ ਤੁਰੇ ਜਾਣਾ ਹੈ, ਤੁਰਿਆ ਜਾਂਦਾ ਹੈ। ਮਨੁੱਖਾ ਦੇਹੀ ਰੋਜ਼ਾਨਾ ਕੋਈ ਨਾ ਕੋਈ ਆਪਣਾ ਸਮਾਂ ਭੋਗ ਕੇ ਪਰਮੇਸ਼ਰ ਦੇ ਹੁਕਮ ਸੱਦੇ ਮੁਤਾਬਕ ਚਲੀ ਜਾਂਦੀ ਹੈ, ਚਲੇ ਜਾਣਾ ਹੈ। ਜੋ ਜੰਮੇ ਸਾਧ ਸੰਗਤ ਜੀ, ਉਸ ਦੀ ਮੌਤ ਜ਼ਰੂਰੀ ਹੋਣੀ ਹੈ। ਪਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿ ਇੱਕ ਮਨੌਤ ਹੈ ਕਿ ਜਮਦੂਤ ਧਰਮ ਰਾਜ ਦੇ ਭੇਜੇ ਹੋਏ ਆਏ ਹਨ। ਉਹ ਮਨੁੱਖ ਦੀ ਜਿੰਦ ਨੂੰ ਲੈ ਕੇ ਜਾਂਦੇ ਨੇ, ਜਿੰਦ ਨੂੰ, ਜਿਹੜੀ ਆ ਮਿੱਟੀ ਦੇ ਭਾਂਡੇ ਦੇ ਵਿੱਚ ਪਰਮੇਸ਼ਰ ਨੇ ਫਿੱਟ ਕੀਤੀ ਹੈ। ਹਜ਼ੂਰ ਕਹਿੰਦੇ ਨੇ ਕਿ ਇੱਕ ਦਿਨ ਧਰਮ ਰਾਜ ਨੇ ਵੀ ਜਮਦੂਤਾਂ ਨੂੰ ਕਹਿ ਦਿੱਤਾ, ਸਾਧ ਸੰਗਤ ਜੀ, ਕਿ ਜਿੱਥੇ ਇਹ ਸੱਜਣ ਹੋਣ, ਇਹ ਕਿਹੜੇ ਸੱਜਣ,
धर्मराज दूतां नूं कहदा जिथे ये सज्जन होण ना ध्यान रखिया जे, उथे भुल के भी तुसी जाया ना जी। ते जमदूत धर्मराज नूं साध संगत जी पुछदे ने महाराज कौन किहड़े सज्जनां दी तुसी गल करदे हो। उथे कहण लगे कहंदे जिहड़े बंदगी विच ओत पोत होया नूं कोई साधु होवे, बंदगी करन वाला होवे, कोई मनुखा दे ही सिमरन करन वाली होवे, रब दे नाल जुड़ी होवे, रब दे सज्जन होण। दूजा वचन कीता कहंदे जिथे परमात्मा दा नाम जपण वाली संगत होवे संगत। ते तीजा वचन कीता धर्मराज ने जमदूतां नूं ते जिथे परमात्मा दी बाणी दा कीर्तन करन वाले होण, जिथे बाणी दे प्रवाह चलदे होण, उथे भुल के ना जाया जी। किरती वाली थां ते जे चले गए तां ना तुहाडा बचाव होना। धर्मराज कहन लग्या ते ना मेरा बचाव होना, जमदूतां नूं कहन लग्या। इस दा मतलब साध संगत जी हुण धर्मराज दे भी वचन आपां सरवण कर लए है कि बाणी तो बिना इस संसार दे विच, बाणी ते बाणी तो बिना मनुखा देही दा कोई छुटकारा नहीं। ते झूठे जेड़े दुनिया के कर्म कांड करने ने साध संगत जी मनुखा देही नूं समझ लेना चाहिए कि रब दा परमेश्वर दा हुक्म है। ते धर्मराज जिहड़ा उत्थे लेखा जोखा करदा वो भी कह रहा है कि रब नूं मन, रब दे नाम नूं, परमात्मा नूं, परमेश्वर नूं मन, बाणी पढ़ मनुखा देही तां दे तेरा होना इस संसार ते सफल है। इस दा मतलब कीर्तन करन वाली थां तो जमदूत भी कन्नी करताउंदा है। हजूर ने शब्द भी वरते है 256 अंग ते धन गुरु ग्रंथ साहिब महाराज जी ने पढ़िए। गुरु अर्जन देव महाराज जी कहते ने जिह साधु गोबिंद भजन कीर्तन नानक नीत, ना हो ना तू नह सुटे, निकट न जाम्यो दूत। गुरु अर्जन देव महाराज कहते ने जे जिन्ने बाकी जिन्ने भी असी नाम तो बिना कर्म कांड करते हैं, दुनिया दे विच संसार की यात्रा करते हैं, गुरु प्यारी साध संगत जी, वो कर्म कई बारी साडे बंधन बन जाते हैं, बंधन। पर परमात्मा का कीर्तन अजिहा, परमात्मा की पवित्र गुरबाणी इहो जी है, कीर्तन करन वाला लोक ते परलोक दे विच सहेला हुंदा। बाणी पढ़न वाला जिहड़ा रब दी अलाही बाणी दे नाल जुड़िया। सतगुरु जी ने शब्द उच्चारण किया है 747 अंग ते धन गुरु ग्रंथ साहिब महाराज जी कहते ने हुण जिहड़े कर्म कांड करते हैं दुनिया दे विच, आपां वेखदे हां संसार दे वेले दे विच कैसे कैसे कर्म कांड हुंदे ने। ते गुरु अर्जन देव महाराज जी कहंदे ने कर्म धर्म पखंड जो दिसे, तिन जम जंगाती लूटै, निर्वाण कीर्तन गावो करते का, निमक सिमरत जत छूटै। जे तू वासनावां तो रहत होके कीर्तन करें तां तेरी बंद खलासी हो सकती है। मनुखा दे ही संसार की किरत विरत करदे हां, परिवार की परवरिश करदे हां, किरत कमाई करदे हां, कुछ ना कुछ समा परमेश्वर की बंदगी, बाणी पढ़नी, नाम जपना। गुरु अमरदास महाराज ने अपने शरीरक चोले नूं साध संगत जी त्यागण तो पहला ना धन गुरु रामदास महाराज जी दे अंदर जोत टकाउण तो पहला अपने पुत्रां नूं, अपने भरावां नूं, अपने सेवकां नूं गुरु साहब जी ने कोल बुलाया ते कहन लगे
सतगुरु पातशाह के प्रभु की रजा दे विच सानू दखल नहीं देना चाहिए। उसका सदा आया, कहन लगे उसदे अगे सिर झुकाउंदियां सतगुरु पातशाह गुरु अमरदास महाराज कह रहे हैं सिख सेवकां नूं, परिवार नूं, बच्चिआं नूं, संगतां नूं कि उसदे अगे सिर झुकाउंदियां असीं इस चोले नूं त्यागण लगे हां। सदा आ गया है, पर मेरे तो बाद विचार साध संगत जी चल रही है अरदास बेनती दी, हुण आपां शब्द जिहड़े पढ़ रहे हैं सतगुरु पातशाह ने पिछे बचन कीते ने, विचार दे विच आप जी ने सरवण कीता है कि रब तो बिना जिहड़ा तैनूं रोजाना संभालदा उस तो बिना कहदे अनेका कर्म कांड ना करी, मता भुलेखे दे विच रह जावीं, उस नूं याद कर। बड़े कर्म कांड करते हैं सतगुरु पातशाह कहते ने कि जदों असीं चोले नूं इह सरीरक चोले नूं त्यागना ना एक गल ध्यान रखिया जे। गुरु अमरदास महाराज कहते जदों असीं चोला त्यागया पर मेरे तो बाद रोना ना रोना, कल्पना ना करनी। फिर पुछना कीता, सेवकां ने कहण लगे महाराज 7 वचन जी ते फिर टेक किहदी लईए? कहण लगे मेरे तो बाद केवल बाणी पढ़नी, कीर्तन करियो, कीर्तन नाल तुहाडी बंद खलासी होगी, तुहाडा भी भला होवेगा ते सुनन वाले दा, जान वाले दा भी जीवन सुहेला हो जाता है, जिहड़ा संसार तो जाता है। ये आपां नूं भी पता है साध संगत जी, पर दुख विछोड़े दा दुख है जिहड़ा बहुत वड्डा दुख है। और सतगुरु पातशाह कहते कि वह परमेश्वर की मर्यादा मनुखा दे ही एक गल जरूर ध्यान नाल सुनो। 923 अंक ते सतगुरु पातशाह कहते मेरे सिख सुनो हो पुत भाई हो, मेरा हर भाना आओ मैं पास जियो। सद रहे सिख सेवकां नूं, परिवार नूं, पुत्रां नूं, मेरे सिख सुनो हो पुत भाईओ हो, मेरा हर भाना आओ मैं पास जियो। हर भाना गुर भाया मेरा, हर प्रभ करे सरवास जियो। भगत सतगुर पुरख सोई, जिस हर प्रभ भाना भावे। अखीरले शब्द उत्थे कहे अंते सतगुर बोलिया। सारिਆਂ ਨੂੰ समझाउणा कर दिता। रामकली सद दे विच शब्द है, जदों कोई प्राणी चढ़ाई करदा साध संगत जी भोग दे समय रामकली सद पढ़ी जाती है। 923 अंग ते धन गुरु ग्रंथ साहिब महाराज जी दे सतगुरु पातशाह कहते अंते सतगुर बोलिया, मैं पिछे कीर्तन करे हो निर्वाण जियो। दाता जी ने एक मर्यादा बना दी है कि जिथे सिख इकट्ठा होण उथे गुरु की बाणी का कीर्तन होवे। 3 गल्लां ने साध संगत जी, एक पाठ करना, दूजा गुरुद्वारे विच कीर्तन करना ते तीजा गुरुद्वारे दे विच कथा करनी कीर्तन। गुरु ग्रंथ साहिब महाराज जी के शब्दों की टेक लैके कीता जाए।
ਅੱਜ ਦੇ ਸਮੇਂ ਦੇ ਵਿੱਚ ਵੀ ਅੱਜ ਆਪਾਂ ਵੇਖਦੇ ਹਾਂ ਦੁਨੀਆ ਦੇ ਵਿੱਚ ਇਸ ਮੇਲੇ ਦੇ ਵਿੱਚ ਅਸਲ ਮਰਿਆਦਾ ਸਾਧ ਸੰਗਤ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਕੀਰਤਨ ਦੀ ਹੈ। ਕਈ ਸੱਜਣ ਵੀਰ ਸਾਧ ਸੰਗਤ ਜੀ ਕੀਰਤਨ ਵੀ ਕਰਦੇ ਆ ਤੇ ਗੀਤ ਹੀ ਗਾਏ ਜਾਂਦੇ ਆ। ਆਪਾਂ ਦੇਖਦੇ ਹਾਂ ਆਪਣੇ ਸ਼ਬਦ ਗੁਰੂ ਦੀ ਕੋਈ ਗੱਲ ਹੀ ਨਹੀਂ। ਬਾਬਾ ਨਾਨਕ ਜੀ ਨੇ ਸਭ ਤੋਂ ਪਹਿਲਾਂ ਸਾਧ ਸੰਗਤ ਜੀ ਕੀਰਤਨ ਦੀ ਦਾਤ ਰੱਬ ਦੇ ਘਰੋਂ ਲੈ ਕੇ ਭਾਈ ਮਰਦਾਨੇ ਨੂੰ ਦਿੱਤੀ ਹੈ। ਰੱਬ ਦੇ ਘਰੋਂ ਇਹ ਦਾਤ ਆਈ ਹੈ। ਭਾਈ ਮਰਦਾਨੇ ਨੂੰ ਇਹ ਦਾਤ ਦਿੱਤੀ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ। ਤੇ ਜਿਸ ਦਿਨ ਕੀਰਤਨ ਦੀ ਆਰੰਭਤਾ ਹੋਈ ਸਾਧ ਸੰਗਤ ਜੀ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਨੇ ਆਪਣੀ ਜਨਮ ਸਾਖੀ ਦੇ ਵਿੱਚ ਇੱਕ ਬਚਨ ਕਿਹਾ। ਉਹ ਕਹਿੰਦੇ ਨੇ ਕਿ ਪਹਿਲੀ ਮੁਲਾਕਾਤ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨੇ ਦੀ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਹੋਈ। ਅੱਜ ਕਹਿੰਦੇ ਨੇ ਕਿ ਦਰਖਤ ਦੇ ਥੱਲੇ ਬੈਠਾ ਹੈ ਤੇ ਭਿੱਜ ਕੇ ਇਸ ਨੇ ਗਲੇ ਤੋਂ ਰਾਗ ਆਲਾਪਿਆ। ਰਾਗ ਗੁਰੂ ਨਾਨਕ ਸਾਹਿਬ ਨੇ ਸੁਣਿਆ। ਉੱਥੇ ਪਹਿਲਾ ਸ਼ਬਦ ਕਿਹਾ ਸੀ ਕਿ ਤੈਨੂੰ ਰਾਗ ਦੀ ਸੂਝ ਹੈ। ਰਾਗ ਵਿੱਚ ਮਿਲਾ ਕੇ ਸ਼ਬਦ ਨੂੰ ਗਾਵੇਂ ਤਾਂ ਤੇਰਾ ਦੀਨ ਦੁਨੀ ਦੋਏ ਥਾਈ ਭਲਾ ਹੋਵੇ। ਸਤਿਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਮਰਦਾਨਿਆਂ। ਉੱਥੇ ਫਿਰ ਮਰਦਾਨੇ ਨੇ ਕਿਹਾ ਅਸੀਂ ਗਾਉਂਦੇ ਜ਼ਰੂਰ ਹਾਂ ਗੁਰੂ ਪਿਆਰੀ ਸਾਧ ਸੰਗਤ ਜੀ, ਪਰ ਕੇਵਲ ਰੱਬ ਦੀ ਸ਼ਬਦ ਨਹੀਂ। ਦੇਖਦੇ ਆਪਾਂ ਬੜੇ ਹਨ ਸੰਸਾਰ ਦੇ ਵਿੱਚ ਗਾਉਣ ਵਾਲੇ ਤੇ ਪਰ ਮਰਿਆਦਾ ਜਿਹੜੀ ਸਤਿਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਰਾਗ ਦੇ ਵਿੱਚ ਗਾਈ। ਦੇਖਿਆ ਨਾ ਆਪਾਂ 5-5 7-7 ਚਿਮਟਿਆਂ ਵਾਲੇ 2-2 ਢੋਲਕੀਆਂ ਵਾਲੇ 15-15 ਜਣੇ ਸਾਧ ਸੰਗਤ ਜੀ ਆ ਗੀਤ ਗਾਉਂਦੇ ਨੇ। ਫਿਰ ਆਪਾਂ ਸੁਣਦੇ ਆ ਬੜੇ ਚਾਅ ਦੇ ਨਾਲ। ਪਰ ਉਹ ਕੋਈ ਰਾਗ ਨਹੀਂ ਸਾਧ ਸੰਗਤ ਜੀ। ਮਰਿਆਦਾ ਦੇ ਵਿੱਚ ਆਉਂਦੀ ਹੈ ਗੱਲ। ਗੁਰੂ ਨਾਨਕ ਸਾਹਿਬ ਜੀ ਦਾ ਆਪ ਜੀ ਨੇ ਬਚਨ ਸੁਣਿਆ ਕਿ ਰਾਗ ਵਿੱਚ ਮਿਲਾ ਕੇ ਸ਼ਬਦ ਨੂੰ ਮਰਦਾਨਿਆਂ ਗਾਈ ਤੇ ਤੇਰਾ ਦੋਨੀ ਦੀਨ ਦੁਨੀ ਦੋਨੀ ਥਾਈ ਭਲਾ ਹੋਵੇਗਾ। ਕੇਵਲ ਰਾਜਿਆਂ ਮਾਹਿਆਂ ਰਾਜਿਆਂ ਦੀਆਂ ਸਿਫਤਾਂ ਹਨ ਸਾਧ ਸੰਗਤ ਜੀ। ਬਾਬੇ ਨਾਨਕ ਨੇ ਸ਼ਬਦ ਸਾਨੂੰ ਭੋਲਿਆ। ਦੇਖ ਅੱਜ ਤੱਕ ਕਈ ਪੁਸਤਕਾਂ ਦੁਨੀਆਦਾਰਾਂ ਲਈ ਗਾਈਆਂ ਨੇ। ਕੋਈ ਕਿਸੇ ਦੀ ਸਿਫਤ ਦੇ ਵਿੱਚ ਗਾਈ ਜਾਂਦਾ ਹੈ, ਕੋਈ ਕਿਸੇ ਦੀ। ਕਹਿੰਦੇ ਜੇ ਕਿਤੇ ਰੱਬ ਲਈ ਗਾਉਣਾ ਸ਼ੁਰੂ ਕਰ ਦੇਵੇ ਤਾਂ ਇਹਨਾਂ ਪਦਾਰਥਾਂ ਦੀ ਕਮੀ ਨਹੀਂ। ਰੱਬ ਵੇਲ ਕਰੇਗਾ ਦੀਨ ਤੇ ਦੁਨੀ ਦੇ ਖਜ਼ਾਨੇ ਰੱਬ ਨਾਲ। ਰੱਬ ਤੇਰਾ ਘਰ ਭਰ ਦੇਵੇਗਾ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ ਕਹੇ, ਮਰਦਾਨੇ ਨੇ ਪੁੱਛਿਆ ਸਤਿਗੁਰੂ ਪਾਤਸ਼ਾਹ ਫਿਰ ਬਾਬਾ ਸ਼ਬਦ ਕਿਹੜਾ ਹੈ? ਪਹਿਲੀ ਮੁਲਾਕਾਤ ਹੈ ਮਰਦਾਨੇ ਦੀ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ। ਰਾਏ ਭੋਏ ਦੀ ਤਲਵੰਡੀ ਥੱਲੇ ਇੱਕ ਬਿਰਛ ਦੇ
ਸੰਘਣੀ ਛਾਂ ਦੇ ਠੰਡੀ ਛਾਂ ਦੇ ਥੱਲੇ ਬੈਠੇ ਨੇ। ਕਹਿਣ ਲੱਗਿਆ ਕਿ ਸਤਿਗੁਰੂ ਬਾਬਾ ਸ਼ਬਦ ਕਿਹੜਾ ਹੈ? ਉੱਥੇ ਰਾਏ ਭੋਏ ਦੀ ਤਲਵੰਡੀ ਬਿਰਖ ਦੇ ਥੱਲੇ ਬਾਬੇ ਨੇ ਰੱਬ ਦੀ ਕੀਰਤੀ ਕੀਤੀ। ਮਰਦਾਨੇ ਦੀ ਰਬਾਬ ਵੱਜਦੀ ਹੈ। ਪਹਿਲੇ ਦਿਨ ਰਬਾਬ ਵੱਜੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮਰਦਾਨਿਆਂ ਬਹੁਤ ਸੋਹਣੀ ਰਬਾਬ ਵਜਾਉਣਾ ਹੈ। ਇਸ ਨੂੰ ਵਜਾਉਣ ਦੇ ਨਾਲ ਸ਼ਬਦ ਦਾ ਸੁਮੇਲ, ਪਰਮੇਸ਼ਰ ਦੀਆਂ ਸਿਫਤਾਂ ਜ਼ਰੂਰੀ ਨੇ। ਹਜ਼ੂਰ ਨਾਲ ਸ਼ਬਦ ਅਲਾਪਦੇ ਨੇ ਸਤਿਗੁਰੂ ਨਾਨਕ ਪਾਤਸ਼ਾਹ ਤੇ ਮਰਦਾਨਾ ਰਬਾਬ ਵਜਾਉਂਦਾ ਹੈ। ਭਾਈ ਮਰਦਾਨਾ ਜੀ ਲਈ ਭਾਈ ਗੁਰਦਾਸ ਜੀ ਨੇ ਵੀ ਜਿੱਥੇ ਵੀ ਸ਼ਬਦ ਵਰਤੇ ਆ, ਸਾਧ ਸੰਗਤ ਜੀ ਭਾਈ ਗੁਰਦਾਸ ਜੀ ਨੇ ਵੀ ਤਕਰੀਬਨ ਨਾਲ ਸ਼ਬਦ ਰਬਾਬੀ ਮਰਦਾਨਾ ਵਰਤੇ। ਆਪਾਂ ਇਤਿਹਾਸ ਸਰਵਣ ਕਰਦੇ ਆ, ਪੜ੍ਹਦੇ ਆ। ਰਬਾਬੀ ਦਾ ਅਰਥ ਹੈ ਰਬਾਬ ਵਜਾਉਣ ਵਾਲਾ। ਹਜੂਰ ਤਲਵੰਡੀ ਤੋਂ ਸੁਲਤਾਨਪੁਰ ਆਏ ਨੇ ਤਾਂ ਭਾਈ ਮਰਦਾਨਾ ਨਾਲ ਹੀ ਸਾਧ ਸੰਗਤ ਜੀ ਹੁਣ ਤੁਰ ਪਿਆ। ਭਾਈ ਮਰਦਾਨਾ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਸੁਲਤਾਨਪੁਰ ਆ ਗਏ। ਇੱਥੇ ਸਵੇਰ ਸ਼ਾਮ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਵਜਾ ਮਰਦਾਨਿਆਂ ਰਬਾਬ, ਬਾਣੀ ਆਈ ਹੈ, ਸ਼ਬਦ ਗਾਈਏ, ਬਾਣੀ ਪੜ੍ਹੀਏ। ਇੱਥੇ ਸਵੇਰੇ ਸ਼ਾਮ ਕੀਰਤਨ ਹੋਣ ਲੱਗ ਪਿਆ। ਸਿੱਖ ਵਿਦਵਾਨ ਕਹਿੰਦੇ ਨੇ ਕਿ ਇੱਥੋਂ ਹੀ ਵਈ ਨਦੀ ਪਾਰ ਕਰਕੇ ਇੱਕ ਪਿੰਡ ਵਿੱਚੋਂ ਭਾਈ ਮਰਦਾਨੇ ਨੂੰ ਰਬਾਬ ਲੈਣ ਵੀ ਭੇਜਿਆ ਸੀ। ਭਾਈ ਸਰੰਦੇ ਦੇ ਕੋਲੋਂ ਇਹ ਰਬਾਬ ਜਿਹੜੀ ਲਈ ਉਹਨਾਂ ਨੇ। ਲਾਗਲੇ ਪਿੰਡ ਦਾ ਇੱਕ ਭਾਈ ਸਰੰਦਾ ਸੀ ਤੇ ਉਹਦੇ ਕੋਲ ਰਬਾਬ ਖਰੀਦ ਕੇ ਜਦੋਂ ਰਬਾਬ ਚੁੱਕਣ ਲੱਗਿਆ ਤੇ ਮਰਦਾਨੇ ਨੇ ਪੁੱਛਿਆ ਨਾ ਕਿ ਭਾਈ ਸਾਹਿਬ ਜੀ ਇਸ ਦਾ ਮੁੱਲ ਕੀ ਹੈ? ਉਸਨੇ ਕਿਹਾ, ਕਹਿਣ ਲੱਗਿਆ, ਸੱਜਣਾ ਜੇ ਤੂੰ ਗੁਰੂ ਨਾਨਕ ਸਾਹਿਬ ਦਾ ਨਾਮ ਲਿਆ, ਜਦੋਂ ਤੂੰ ਮੈਨੂੰ ਕਿਹਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭੇਜਿਆ ਤੇ ਤੂੰ ਨਾਮ ਲਿਆ ਹੈ, ਤਾਂ ਇਸ ਰਬਾਬ ਦਾ ਕੋਈ ਮੁੱਲ ਨਹੀਂ। ਪਰ ਕੀਰਤਨ ਕਰਨ ਵਾਲੇ ਕੀਰਤਨੀਏ ਰਬਾਬੀ ਕਹਿੰਦੇ, ਜੇ ਤੂੰ ਗੁਰੂ ਨਾਨਕ ਸਾਹਿਬ ਦਾ ਨਾਮ ਲਿਆ ਤਾਂ ਇਸ ਰਬਾਬ ਦਾ ਮੁੱਲ ਕੋਈ ਨਹੀਂ। ਪਰ ਕੀਰਤਨ ਕਰਨ ਵਾਲੀ ਇਹ ਰਬਾਬੀ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਕਿਸੇ ਹੋਰ ਦੇ ਅੱਗੇ ਰਬਾਬ ਨਾ ਵਜਾਈ। ਜੇ ਲੈ ਕੇ ਚੱਲੇ ਜੇ ਕੀਰਤਨ ਕਰਨਾ ਤਾਂ ਕੇਵਲ ਬਾਣੀ ਦਾ ਕੀਰਤਨ ਕਰੀ। ਕਿਤੇ ਇਸ ਰਬਾਬ ਨਾਲ ਦੁਨੀਆ ਦੇ ਗੀਤ ਨਾ ਗਾਈ। ਦੁਨੀਆ ਦੇ ਭਾਈ ਮਰਦਾਨੇ ਨੇ ਰਬਾਬ ਫੜੀ। ਸਾਧ ਸੰਗਤ ਜੀ 7 ਵਜਨ ਕਹਿ ਕੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਾਣੀ ਉਚਾਰੀ ਹੈ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ, ਵਜਾ ਮਰਦਾਨਿਆਂ ਰਬਾਬ, ਬਾਣੀ ਆਈ ਹੈ। ਰੱਬ ਦੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ। ਅੱਜ ਤਾਂ ਬਹੁਤ ਘੱਟ ਸੱਜਣ ਹਨ ਜਿਹੜੇ ਸਾਧ ਸੰਗਤ ਜੀ ਕੀਰਤਨ ਦੇ ਰਸੀਏ ਹੋਣਗੇ। ਜਿਹੜੇ ਰਾਗ ਗੁਰੂ ਪਾਤਸ਼ਾਹ ਜੀ ਨੇ ਅਲਾਪੇ ਨੇ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ। ਕਈ ਵਾਰੀ ਅਸੀਂ ਕਹਿੰਦੇ ਹਾਂ ਸਾਨੂੰ ਸ਼ਬਦ ਦੀ ਸਮਝ ਨਹੀਂ ਪੈਂਦੀ। ਮੈਂ ਕਹਿੰਦਾ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜੋਤ ਨੇ ਸਾਧ ਸੰਗਤ ਜੀ ਕਿਰਪਾ ਕੀਤੀ ਹੈ। ਇੰਨੀ
ਇੰਨੀ ਪੜ੍ਹਾਈ ਹੋਣ ਦੇ ਬਾਵਜੂਦ ਵੀ ਅਸੀਂ ਬਾਣੀ ਪੜ੍ਹਨ ਲਈ ਤਿਆਰ ਨਹੀਂ। ਦੇਖ ਲਈਏ ਆਪਾਂ ਝਾਤ ਮਾਰੀਏ ਕਿੰਨਾ ਕੁ ਆਪਾਂ ਨਿਤਨੇਮ ਕਰਦੇ ਹਾਂ, ਕਿੰਨਾ ਕੁ ਆਪਾਂ ਸੰਧਿਆ ਸਮੇਂ ਰਹਿ ਰਾਸ ਪੜ੍ਹਦੇ ਹਾਂ, ਕਿੰਨਾ ਕੁ ਸਿਮਰਨ ਕਰਦੇ ਹਾਂ। ਬੜੇ ਸਰੀਰ ਨੇ ਸਾਧ ਸੰਗਤ ਜੀ ਜਿਹੜੇ ਨਿਤਨੇਮੀ ਨੇ, ਆਪਣਾ ਨੇਮ ਜ਼ਰੂਰ ਨਿਭਾਉਂਦੇ ਨੇ, ਭਾਵੇਂ ਜਿੰਨਾ ਮਰਜ਼ੀ ਕੰਮ ਹੋਵੇ। ਇਹ ਨਹੀਂ ਕਹਿੰਦੇ ਕਿ ਜੀ ਕੰਮ ਬੜਾ ਸੀ ਤਾਂ ਹੀ ਗੁਰਦੁਆਰਾ ਸਾਹਿਬ ਆਇਆ ਨਹੀਂ ਜਾਂਦਾ, ਹਾਜ਼ਰੀ ਨਹੀਂ ਲਵਾਈ ਜਾਂਦੀ। ਇਹ ਨਹੀਂ ਕਹਿੰਦੇ। ਜਿਹੜੇ ਕਰਨ ਵਾਲੇ ਨੇ ਇਹਨਾਂ ਸਤਿਗੁਰੂ ਪਾਤਸ਼ਾਹ ਨੇ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਮਨੁੱਖਾ ਦੇਹੀ ਨੂੰ ਸਮਝਾਉਣਾ ਕੀਤਾ ਹੈ। ਤੇ ਹੁਣ ਸਾਧ ਸੰਗਤ ਜੀ, ਜੇ ਆਪਾਂ ਬਾਣੀ ਨਾਲ ਨਹੀਂ ਜੁੜਦੇ ਤਾਂ ਪਤਾ ਹੈ ਕਿੰਨਾ ਵੱਡਾ ਫਰਕ ਪੈ ਰਿਹਾ ਹੈ। ਆਪਾਂ ਆਪ ਨਾਲ ਜੁੜੇ, ਆਪਾਂ ਆਪ ਨੂੰ ਪਤਾ ਨਹੀਂ ਇਤਿਹਾਸ ਬਾਰੇ। ਅਗਲੀਆਂ ਪੀੜ੍ਹੀਆਂ ਨੇ ਜਿਹੜੀਆਂ ਸਾਧ ਸੰਗਤ ਜੀ ਬੱਚਿਆਂ ਨੂੰ ਹੁਣ ਪੁੱਛਣ ਲੱਗ ਜਾਈਏ ਪੰਜ ਪਿਆਰਿਆਂ ਦੇ ਨਾਮ, ਕੋਈ ਇਤਿਹਾਸ ਦੇ ਬਾਰੇ ਜਾਣਕਾਰੀ ਸਕੂਲਾਂ ਕਾਲਜਾਂ ਦੇ ਵਿੱਚੋਂ ਵੀ ਸਾਧ ਸੰਗਤ ਜੀ ਸਬਜੈਕਟ ਦੇ ਵਿੱਚੋਂ ਵੀ ਬਹੁਤ ਜ਼ਿਆਦਾ ਘਟ ਚੁੱਕੀ ਹੈ। ਅਸੀਂ ਆਪ ਬਾਣੀ ਨਾਲ ਜੁੜੀਏ ਤਾਂ ਹੀ ਸਾਡੇ ਬੱਚੇ ਇਤਿਹਾਸ ਬਾਰੇ ਜਾਣ ਹੋਣਗੇ ਕਿ ਛੋਟੇ ਸਾਹਿਬਜ਼ਾਦੇ 5 ਤੇ 7 ਸਾਲ ਦੇ ਕੌਣ ਸਨ, ਗੁਰੂ ਨਾਨਕ ਦੇਵ ਮਹਾਰਾਜ ਜੀ ਕੌਣ ਸਨ, ਗੁਰੂ ਅਮਰਦਾਸ, ਰਾਮਦਾਸ, ਗੁਰੂ ਅਰਜਨ ਦੇਵ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੌਣ ਸਨ ਜਿਨ੍ਹਾਂ ਨੇ ਸਾਨੂੰ ਸਰਦਾਰੀਆਂ ਕਾਇਮ ਕਰਕੇ ਦਿੱਤੀਆਂ, ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਸਾਡੇ ਲਈ। ਨਹੀਂ, ਆਪਣੇ ਬੱਚੇ ਆ ਜਿਹੜੇ ਸਾਧ ਸੰਗਤ ਜੀ ਤੁਸੀਂ ਦੇਖਿਓ ਜੇ ਹੁਣ ਹੀ ਇਤਿਹਾਸ ਤੋਂ ਬਹੁਤ ਦੂਰ ਨੇ ਤੇ ਅੱਗੇ ਜਾ ਕੇ ਤਾਂ ਬੜਾ ਫਰਕ ਪੈ ਜਾਣਾ ਹੈ। ਬਾਣੀ ਪੜ੍ਹਨ ਵਾਲੇ ਆਪਣੇ ਕਿੰਨੇ ਕੁ ਨੇ, ਗ੍ਰੰਥੀ ਸਿੰਘ ਕਿੰਨੇ ਕੁ ਨੇ ਸਾਧ ਸੰਗਤ ਜੀ। ਅੱਜ ਦੇ ਸਮੇਂ ਦੇ ਵਿੱਚ ਸਾਨੂੰ ਪਤਾ ਲੱਗਦਾ ਕਿ ਬਾਣੀ ਪੜ੍ਹਨ ਵਾਲੇ ਗ੍ਰੰਥੀ ਵੀ ਲੱਭ ਨਹੀਂ ਰਹੇ। ਅਸੀਂ ਸੰਥਿਆ ਕਰਨ ਨੂੰ ਤਿਆਰ ਨਹੀਂ, ਆਪ ਬਾਣੀ ਪੜ੍ਹਨ ਨੂੰ ਤਿਆਰ ਨਹੀਂ। ਹਰ ਮਨੁੱਖਾ ਦੇਹ ਨੂੰ ਗੁਰੂ ਸਾਹਿਬ ਨੇ ਹੁਕਮ ਦਿੱਤਾ ਹੈ, ਉਪਦੇਸ਼ ਕੀਤਾ ਹੈ ਕਿ ਆਪ ਪੜ੍ਹੋ, ਬਾਣੀ ਪੜ੍ਹੋ, ਗੁਰੂ ਨਾਲ ਜੁੜੋ। ਬਹੁਤ ਜ਼ਿਆਦਾ ਸਾਧ ਸੰਗਤ ਜੀ ਇਤਿਹਾਸ ਤੋਂ ਅਸੀਂ ਪਿੱਛੇ ਜਾ ਰਹੇ ਹਾਂ। ਆਪਾਂ ਦੇਖੀਏ, ਤਜਰਬਾ ਕਰਕੇ ਦੇਖਿਆ ਜੇ ਨਗਰਾਂ ਦੇ ਵਿੱਚ ਜਾਈਏ, ਅਜੇ ਧੰਨ ਭਾਗ ਨੇ ਉਹਨਾਂ ਸੰਸਥਾਵਾਂ ਦੇ ਜਿੱਥੇ ਬੱਚੇ ਪਾਵਨ ਪਵਿੱਤਰ ਗੁਰਬਾਣੀ ਦੀ ਸਿਖਲਾਈ ਲੈਂਦੇ ਨੇ, ਜਿੱਥੇ ਕੀਰਤਨ ਦੀ ਸਿਖਲਾਈ ਲੈਂਦੇ ਨੇ, ਜਿੱਥੋਂ ਢਾਡੀ ਬਣ ਕੇ, ਰਾਗੀ ਬਣ ਕੇ ਕਥਾਵਾਚਕ ਆਉਂਦੇ ਨੇ, ਉਹ ਧੰਨ ਭਾਗ ਨੇ ਸੰਸਥਾਵਾਂ। ਤੇ ਸਾਧ ਸੰਗਤ ਜੀ ਆਪਾਂ ਇਹ ਤਜਰਬਾ ਜ਼ਰੂਰ ਕਰਕੇ ਦੇਖੀਏ, ਜਿੱਥੇ ਵੀ ਕਿਤੇ ਰਿਸ਼ਤੇਦਾਰੀ ਦੇ ਵਿੱਚ ਜਾਈਏ ਨਾ, ਤੇ ਧਿਆਨ ਰੱਖਿਆ ਜੀ ਗੱਲ ਦਾ, ਜ਼ਰੂਰ ਪੁੱਛਣਾ ਕਰਿਆ ਕਰੋ ਕਿ ਤੁਹਾਡੇ ਗੁਰਦੁਆਰਾ ਸਾਹਿਬ ਵਿਖੇ ਕਿੰਨੇ ਬੱਚੇ, ਕਿੰਨੇ ਜਣੇ ਤੁਹਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਸੰਥਿਆ ਕਰਦੇ ਨੇ ਪਾਵਨ ਪਵਿੱਤਰ ਗੁਰਬਾਣੀ। ਤੁਹਾਨੂੰ ਪਤਾ ਲੱਗ ਜਾਵੇਗਾ। ਕਹਿਣਗੇ ਕੋਈ ਨਹੀਂ, ਵਿਰਲੇ ਕਿਤੇ ਮਿਲਣਗੇ। ਆਪਣੇ ਨਗਰ ਦੇ ਵਿੱਚ ਵੇਖੀਏ, ਤਕਰੀਬਨ ਮੈਂ ਬਚਪਨ ਤੋਂ ਲੈ ਕੇ ਆਪ ਜੀ ਦੇ ਨਗਰ ਦੇ ਵਿੱਚ ਵਿਚਰਦਾ ਰਿਹਾ। ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ ਸੀ
ਤੁਹਾਡੇ ਨਗਰ ਦੇ ਵਿੱਚੋਂ ਹੀ ਸਾਧ ਸੰਗਤ ਜੀ ਮੇਰੀ ਪਾਵਨ ਪਵਿੱਤਰ ਗੁਰਬਾਣੀ ਦੀ ਸੰਥਿਆ ਆਰੰਭ ਹੋਈ ਸੀ। ਸਤਿਕਾਰਯੋਗ ਗ੍ਰੰਥੀ ਸਿੰਘ ਬਲਵਿੰਦਰ ਸਿੰਘ ਜੀ ਪਰਵਾਨਾ ਜਦੋਂ ਉਹ ਇੱਥੇ ਸਨ ਉਦੋਂ ਮਾਨਾ ਕੋਲ ਸੰਥਿਆ ਸ਼ੁਰੂ ਕੀਤੀ ਸੀ ਆ ਕੇ ਬਚਪਨ ਦੇ ਵਿੱਚ। ਉਸ ਤੋਂ ਬਾਅਦ ਸਮਾਂ ਮਿਲਿਆ, ਆਪ ਜੀ ਸੰਗਤਾਂ ਨੇ ਸਮਾਂ ਦਿੱਤਾ ਸੇਵਾ ਕਰਨ ਦਾ। ਪਿਛਲੇ ਤਕਰੀਬਨ 7-8 ਸਾਲ ਵੀ ਸੇਵਾ ਨਿਭਾ ਕੇ ਗਿਆ। 10 ਸਾਲਾਂ ਬਾਅਦ ਆਪ ਸੰਗਤਾਂ ਨੇ ਫੇਰ ਯਾਦ ਕੀਤਾ ਸੇਵਾ ਨਿਭਾ ਰਹੇ ਹਾਂ। ਪਰ ਸਾਧ ਸੰਗਤ ਜੀ ਸਮੇਂ ਸਮੇਂ ਦੇ ਨਾਲ ਸਾਨੂੰ ਪਤਾ ਲੱਗਦਾ ਹੈ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਇਸ ਗੱਲ ਦਾ ਕਿ ਬਾਣੀ ਪੜ੍ਹਨ ਵਾਲੇ ਸੰਥਿਆ ਲੈਣ ਵਾਲੇ ਵਿਰਲੇ ਨੇ। ਆਪਣੇ ਨਗਰ ਦੇ ਵਿੱਚ ਵੇਖੀਏ ਝਾਤੀ ਮਾਰ ਕੇ ਕਿੰਨੇ ਕੁ ਗ੍ਰੰਥੀ ਸਿੰਘ ਬਣ ਗਏ ਇੰਨੇ ਸਮੇਂ ਦੇ ਵਿੱਚ। 18-20 ਸਾਲ ਦੇ ਕਰੀਬ ਦੇਖਦੇ ਨੂੰ ਮੈਨੂੰ ਵੀ ਹੋ ਗਏ। ਕਿੰਨੇ ਗ੍ਰੰਥੀ ਨੇ ਨਿਤਨੇਮ ਦੀ ਸੰਥਿਆ ਕਿੰਨਿਆਂ ਕੁ ਨੇ ਕਰ ਲਈ ਕਿ ਬਾਬਾ ਜੀ ਸਾਨੂੰ ਨਿਤਨੇਮ ਦੀ ਸੰਥਿਆ ਕਰਾ ਦਿਓ। 5 ਬਾਣੀਆਂ ਦੇ ਨਿਤਨੇਮ ਦੀ ਰਹਿ ਰਸ ਦੀ ਅਸੀਂ ਘਰੇ ਆਪਣੀ ਪਾਵਨ ਪਵਿੱਤਰ ਗੁਰਬਾਣੀ ਪੜ੍ਹ ਲਿਆ ਕਰੀਏ। ਇੰਨਾ ਕੁ ਤਾਂ ਕਰ ਸਕਦੇ ਹਾਂ। ਕੋਈ ਬੱਚਾ ਸੰਥਿਆ ਕਰਨ ਲਈ ਤਿਆਰ ਨਹੀਂ ਕਿ ਅਸੀਂ ਗੁਰੂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਸੰਥਿਆ ਕਰ ਲਈਏ, ਗ੍ਰੰਥੀ ਸਿੰਘ ਸੱਜ ਜਾਈਏ। ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮਾਸਟਰ, ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਜੋ ਆਪਣੇ ਨਗਰ ਦੇ ਗ੍ਰੰਥੀ ਸਿੰਘ ਹੋਏ ਨੇ, ਉਹਨਾਂ ਤੋਂ ਬਾਅਦ ਦੇਖ ਲਓ ਆਪਾਂ ਕਿੰਨੇ ਗ੍ਰੰਥੀ ਹੋਰ ਤਿਆਰ ਨੇ। ਨਹੀਂ, ਆਪਣੇ ਨਗਰ ਦੇ ਵਿੱਚ ਸਾਧ ਸੰਗਤ ਜਿਹੜੀ 3-4 ਗ੍ਰੰਥੀ ਸਿੰਘ ਨੇ। 2 ਬਾਹਰ ਸੇਵਾ ਨਿਭਾ ਰਹੇ ਨੇ, 2 ਆਪਣੇ ਨਗਰ ਦੇ ਵਿੱਚ ਨੇ। ਦੇਖੋ ਇੰਨਾ ਫਰਕ ਪੈ ਜਾ ਰਿਹਾ ਹੈ। ਅਸੀਂ ਆਪ ਵੀ ਬਾਣੀ ਨਹੀਂ ਪੜ੍ਹਦੇ ਤਾਂ ਸਾਧ ਸੰਗਤ ਜੀ ਇਸ ਗੱਲ ਦਾ ਸਾਡੇ ਬੱਚਿਆਂ ਦੇ ਉੱਤੇ ਵੀ ਅਸਰ ਪੈਂਦਾ ਹੈ। ਸਾਡੇ ਬੱਚੇ ਇਤਿਹਾਸ ਤੋਂ ਦੂਰ ਹੁੰਦੇ ਜਾ ਰਹੇ ਨੇ। ਇਸ ਲਈ ਯਤਨ ਕਰਿਆ ਕਰੀਏ ਆਪਣੀ ਕਿਰਤ ਵਿਰਤ ਕਰਦਿਆਂ ਸਾਧ ਸੰਗਤ ਜੀ ਘਰ ਦੇ ਵਿੱਚ ਆਪਾਂ ਰਹਿ ਰਾਸ 5 ਬਾਣੀਆਂ ਦਾ ਪਾਠ ਨਹੀਂ ਤਾਂ ਜਪਜੀ ਸਾਹਿਬ ਸਿਮਰਨ ਕਰ ਲਈਏ ਸਤਿਨਾਮ ਵਾਹਿਗੁਰੂ ਦਾ। ਤੇ ਜਦੋਂ ਬੱਚਾ ਦੇਖਦਾ ਹੈ ਤੇ ਫਿਰ ਉਹ ਉਸ ਨੂੰ ਸਮਝਾਉਣਾ ਕਰੇਗਾ ਤਾਂ ਜੁੜੇਗਾ। ਸਾਡੇ ਬੱਚੇ ਆਉਣ ਵਾਲੀਆਂ ਪੀੜ੍ਹੀਆਂ ਇਤਿਹਾਸ ਤੋਂ ਬੜੀ ਦੂਰ ਚਲੀਆਂ ਜਾ ਰਹੀਆਂ ਨੇ ਸਾਧ ਸੰਗਤ ਜੀ। ਤੇ ਗ੍ਰੰਥੀ ਸਿੰਘ ਜਿਹੜੇ ਪਾਠ ਕਰਨ ਵਾਸਤੇ ਲੱਭਦੇ ਨਹੀਂ ਪਏ। ਇੰਨਾ ਫਰਕ ਪੈ ਗਿਆ ਹੈ, ਅੱਗੇ ਵੀ ਪੈਣਾ। ਆਪ ਤੁਸੀਂ ਦੇਖੋਗੇ। ਇਸ ਲਈ ਸਾਨੂੰ ਅਤੀ ਜ਼ਰੂਰੀ ਹੈ ਕਿ ਅਸੀਂ ਬੱਚਿਆਂ ਨੂੰ ਵੀ ਬਾਣੀ ਪੜ੍ਹਾਇਆ ਕਰੀਏ, ਕਿਹਾ ਕਰੀਏ ਜਾਓ ਅੰਮ੍ਰਿਤ ਵੇਲੇ ਵੀ ਆਪਣੀ ਹਾਜ਼ਰੀ ਲਵਾਓ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਕਾਲ ਪੁਰਖ ਪ੍ਰਭੂ ਪਰਮਾਤਮਾ ਪਰਮੇਸ਼ਰ ਦੇ ਘਰ ਗੁਰੂ ਦੇ ਚਰਨਾਂ 'ਚ ਝੁਕੋ, ਜਿਹੜਾ ਸਾਨੂੰ ਰੋਜ਼ਾਨਾ ਸੰਭਾਲਦਾ ਹੈ, ਜਿਹੜਾ ਸਾਨੂੰ ਰੋਜ਼ਾਨਾ ਦਾਤਾਂ ਦਿੰਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਦੇਖੋ ਕੀਰਤਨ ਦੀ ਸਮਝ ਪੈਂਦੀ ਹੈ ਜੇ ਕਿਤੇ ਬਾਣੀ ਦਾ ਅਭਿਆਸ ਆਪ ਕਰੀਏ। ਆਪ ਇਸ ਰਬਾਬ ਦੇ ਕੀਰਤਨ ਨੇ ਸਾਧ ਸੰਗਤ ਜੀ, ਮਰਦਾਨੇ ਦੀ ਰਬਾਬ ਦੇ ਕੀਰਤਨ ਨੇ ਕੌਡੇ ਰਾਖਸ਼ ਵਰਗਿਆਂ ਦਾ ਅੰਦਰ ਤਬਦੀਲ ਕਰ ਦਿੱਤਾ। ਉਸ ਨੂੰ ਦੈਵੀ ਗੁਣਾਂ ਨਾਲ ਭਰਪੂਰ ਕਰ ਦਿੱਤਾ। ਜੇ ਪੜ੍ਹੀਏ ਗੁਰੂ ਦੇ ਗੱਲ ਮੰਨੀਏ, ਗੁਰੂ ਦਾ ਬਚਨ ਮੰਨੀਏ, ਇਸ ਰਬਾਬ ਦੇ ਕੀਰਤਨ ਨੇ ਸੱਜਣ ਠੱਗ ਜਿਹੜਾ ਦੁਨੀਆ ਦਾ ਮੰਨਿਆ ਤਨਿਆ ਸੱਜਣ ਠੱਗ ਵਰਗਿਆਂ ਨੂੰ ਸੰਤ ਬਣਾ ਦਿੱਤਾ। ਇਸ ਰਬਾਬ ਦੇ ਕੀਰਤਨ ਨੇ ਨੂਰ ਸ਼ਾਹ ਜਾਦੂਗਰਨੀਆਂ ਨੂੰ ਨੂਰ ਨਾਲ ਭਰਪੂਰ ਕਰ ਦਿੱਤਾ। ਇਸ ਰਬਾਬ ਦੇ ਕੀਰਤਨ ਦੀ ਬਦੌਲਤ ਬਾਬੇ ਦੇ ਸ਼ਬਦ ਨੇ ਬਗਦਾਦ ਦੀ ਧਰਤੀ ਤੇ ਵੀ ਲੋਕਾਂ ਨੂੰ ਕੀਰਤਨ
सुन लई मजबूर कर दिता। इस करके साध संगत जी सतगुरु पातशाह कहते ने पावन पवित्र गुरबाणी दे विच कि मनुखा देही मता भुलेखे दे विच रह जाई, परमेश्वर दे दर तो घर तो आई हुई अलाही बाणी दे शब्द नाल जुड़ जा। दुनिया दे कर्म कांड छड्ड के सच्ची किरत विरत करदियां अपने परिवार की परवरिश करदियां चंगे कर्म करन, चंगे कर्म करके ते अपना जिहड़ा मनुखा जीवन है सफल बना। बाणी बाणी दे नाल जुड़, गुरु की गल मन, गुरु के हुक्म नूं मन। आओ साध संगत जी अरदास बेनती करिए, समा हो चुका है, जतन करया करिए। सतगुरु नानक पातशाह जी ने समझाउणा कीता अज दी विचार दे विच कि उठ अमृत वेले उठ के साध संगत जी कुछ समा, कुछ घड़ियां, कुछ पल अपनी हाजरी गुरु के चरणों के विच लवाया करिए। पावन पवित्र गुरबाणी पढ़िया करिए, नाम जप लिया करिए। जे बाणी नहीं पढ़नी आउंदी सतनाम वाहिगुरु का सिमरन कर लिया करिए। जतन करया करो अमृत वेले कुछ समा, कुछ घड़ियां, कुछ पल गुरु की हजूरी अंदर अपनियां हाजरियां लवा के शुकराना करना परमेश्वर का अति जरूरी है। आओ श्लोक पढ़िए, अरदास बेनती विच हाजरियां लवाओ। सलोक पवन गुरु पाणी पिता माता तरत दिवस रात दुए दाई दाया खेल सगल चंग आइया बुरे आइया वाचै धर्म कर्मी आपो अपनी के नेड़े के जिने नाम ते आया गए मसागत नानक ते मुके उजाले केती छुटी जिने नाम ते आया गए मसागत नानक ते मुके उजले केती छुटी नाल। वाहिगुरु जी का खालसा वाहिगुरु जी की फतेह। तो ठाकुर तुम पहर जियो पिंड सब